रियल एस्टेट का कोई सवाल सबरवाल योर सर्च एंड्स हियर। इस मौके ਦੇ ਉੱਤੇ ਪੰਕਜ ਮੋਂਗਾ ਜੀ ਦਾ। ਪੰਕਜ ਜੀ ਵਾਰਮ ਵੈਲਕਮ ਸਰ। ਜੀ ਤੇ ਮੇਰੀ ਤਰਫੋਂ ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੀ। ਔਰ ਮੈਂ ਦੱਸਵਾਂ ਕਿ ਜਦੋਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਆਏ ਤੇ ਪੰਕਜ ਮੋਂਗਾ ਜੀ ਨੂੰ ਤੁਸੀਂ ਯਾਦ ਰੱਖਣਾ ਹੈ। ਨਾਲ ਹੀ ਅਸੀਂ ਸਵਾਗਤ ਕਰਦੇ ਹਾਂ ਪੀਕੇ ਜੀ ਦਾ। ਪੀਕੇ ਜੀ ਤੁਹਾਡਾ ਵਾਈ ਮੀਡੀਆ ਗਰੁੱਪ ਨੂੰ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ। थैंक यू वेरी मच युद्धेश जी। गुड मॉर्निंग टू ऑल आवर लिसनर्स जी। ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਓਪਨਿੰਗ ਸਟੇਟਮੈਂਟਸ ਸੁਣਦੇ ਹਾਂ ਜੀ। ਪੰਕਜ ਜੀ ਤੁਹਾਡੇ ਵੱਲੋਂ ਓਪਨਿੰਗ ਸਟੇਟਮੈਂਟ ਸੁਣਦੇ ਹਾਂ ਜੀ। ਵੀਰ ਜੀ ਬੇਸਿਕਲੀ ਇਕਨੋਮਿਕ ਸਾਈਡ ਤੇ ਦੇਖਿਆ ਜਾਵੇ ਤਾਂ ਕਾਫੀ ਨਿਊਜ਼ ਨੇ, ਜਿਵੇਂ ਸਾਡੀ ਕੰਟਰੀ ਨੇ ਲਗਭਗ 41,000 ਜੌਬ ਕ੍ਰੀਏਟ ਕੀਤੀਆਂ ਨੇ, ਵਿਚ ਵਾਸ ਡਬਲ ਦੈਨ ਐਕਸਪੈਕਟੇਸ਼ਨ। ਯੂਐਸ ਦੀ ਇਨਫਲੇਸ਼ਨ ਜਿਹੜੀ ਹੈ ਉਹ ਇੱਕ ਵਾਰੀ ਫਿਰ ਤੋਂ ਉੱਪਰ ਚਲੀ ਗਈ ਹੈ, ਬਲਕਿ they were expecting भी बराबर रह जाएगी, लेकिन it went up 3.1 ਦੇ ਕਰੀਬ ਪਹੁੰਚ ਗਈ ਹੈ, ਜਿਹੜੀ ਕਿ ਥੋੜੀ ਜੀ ਜ਼ਿਆਦਾ ਹੈ ਉਹਨਾਂ ਵਾਸਤੇ। ਐਂਡ ਹੁਣ ਇਹ ਲੱਗਦਾ ਪਿਆ ਕਿ ਯੂਐਸ ਦੇ ਫੈਡ ਤੱਕ ਕਿਸੇ ਜਲਦੀ ਚ ਨਹੀਂ ਹੈਗੇ ਇੰਟਰਸਟ ਰੇਟ ਘਟਣ ਵਾਸਤੇ। ਸੋ ਉਹ ਇੱਕ ਸਿਚੁਏਸ਼ਨ ਚੱਲਦੀ ਪਈ ਹੈ ਅੱਜ ਕੱਲ੍ਹ ਸਟਾਕ ਮਾਰਕੀਟ ਚ। ਅਗਰ ਦੇਖਿਆ ਜਾਵੇ ਤਾਂ ਮੇਰੇ ਖਿਆਲ ਟੈਕ ਜਿਹੜੇ ਨੇ, ਅਸੀਂ ਜਿਹੜੇ ਬਿਗ 7 ਦੀ ਗੱਲ ਕਰਦੇ ਹਾਂ, ਉਹ ਵਾਕਈ ਬਹੁਤ ਕਮਾਲ ਕਰ ਰਹੇ ਨੇ। ਫੈਂਗ ਜਿਹੜਾ ਅਸੀਂ ਕਹਿੰਦੇ ਹਾਂ, ਫੈਂਗ ਹੈ, ਉਹ ਵੀ ਕੰਪਨੀਆਂ ਨੇ ਜਿਵੇਂ ਫੇਸਬੁੱਕ, ਐਮਾਜ਼ੋਨ, ਇਹਨਾਂ ਦੇ ਸਾਰਿਆਂ ਦੇ ਐਬਰੀਵੇਸ਼ਨ ਪਹਿਲੇ ਲੈਟਰਸ ਲੈ ਕੇ ਬਣਾਇਆ ਗਿਆ। ਐਂਡ ਸਭ ਤੋਂ ਵੱਡੀ ਚੀਜ਼ ਐਨਵੀਡੀਆ ਹੋਈ ਪਈ ਹੈ, ਕਿਉਂਕਿ ਐਨਵੀਡੀਆ ਇੱਕ ਜੀ ਕੰਪਨੀ ਬਣ ਗਈ ਹੈ ਜਿਹੜੀ ਕਿ ਹੁਣ ਬਹੁਤ ਵੱਡੇ ਲੈਵਲ ਤੇ ਪਹੁੰਚ ਗਈ ਹੈ। ਕਿਤੇ 800 850 ਦਾ ਸ਼ੇਅਰ ਪਹੁੰਚ ਚੁੱਕਿਆ, ਜਿਹੜਾ ਕਿ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ $200-300 ਤੇ ਘੁੰਮ ਰਿਹਾ ਸੀਗਾ। ਸੋ ਉਹਨਾਂ ਨੇ ਬਹੁਤ ਅੱਛਾ ਰਿਜ਼ਲਟ ਦਿਖਾਇਆ, ਔਰ ਆਉਣ ਵਾਲੇ ਜਿਹੜੇ ਉਹਨਾਂ ਦੇ ਐਕਸਪੈਕਟੇਸ਼ਨਸ ਨੇ ਕਿ ਉਹ ਸੇਲ ਕਰਦੇ ਰਹਿਣਗੇ। ਸੋ ਲੈਟਸ ਸੀ ਕੀ ਹੁੰਦਾ ਕੀ ਹੈ, ਬਟ ਇਸ ਵੇਲੇ ਬਹੁਤ ਵੱਡੇ ਪੀਕ ਤੇ ਪਹੁੰਚ ਚੁੱਕਿਆ ਜੀ। ਦੇ ਵਿੱਚ ਥੈਂਕ ਯੂ ਜੀ। ਔਰ ਪੀਕੇ ਜੀ ਤੁਹਾਡੀ ਓਪਨਿੰਗ ਸਟੇਟਮੈਂਟ ਸਰ। ਜੀ ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਸੀ, ਜਨਵਰੀ ਔਰ ਫਰਵਰੀ ਦੇ ਅੰਦਰ ਸੇਲ ਵਧਣੀ ਸ਼ੁਰੂ ਹੋ ਗਈ ਸੀਗੀ, ਲੇਕਿਨ ਇਹਨੇ ਬਿਲਕੁਲ ਫਰਵਰੀ ਦੇ ਅੰਦਰ ਰਿਵਰਸ ਕਰਤਾ। ਸੇਲ ਫਿਰ ਥੱਲੇ ਆਈ। ਔਰ ਕੁਛ ਇਕੋਨੋਮਿਸਟ ਦਾ ਕਹਿਣਾ ਹੈ, ਸਪੈਸ਼ਲੀ RBC ਦੇ ਰੋਬਰਟ ਹੌਕ ਸਾਹਿਬ, ਜਿਨ੍ਹਾਂ ਨੂੰ ਮੈਂ ਅਕਸਰ ਫੋਲੋ ਕਰਨਾ, ਉਹ ਕਹਿ ਰਹੇ ਨੇ ਕਿ ਇਹ ਰਿਕਵਰੀ ਟੈਂਪਰੇਰੀ ਜਿਹੜੀ ਸੀਗੀ, ਜਿਹੜੀ ਜਨਵਰੀ ਫਰਵਰੀ ਦਸੰਬਰ ਐਂਡ ਜਨਵਰੀ ਸੌਰੀ, ਇਹ ਫਰਵਰੀ ਦੇ ਅੰਦਰ ਜਿਹੜੀ ਥੱਲੇ ਆਈ ਹੈ, ਜਦ ਤੱਕ ਇੰਟਰਸਟ ਰੇਟ ਮੀਨਿੰਗਫੁਲ ਵਰਡ ਉਹਨਾਂ ਨੇ ਯੂਜ਼ ਕੀਤਾ ਹੈ ਨਹੀਂ ਆਏਗਾ, ਤਦ ਤੱਕ ਇਹਦੇ ਉੱਤੇ ਪੂਰਾ ਰਿਜ਼ਲਟ ਸਾਨੂੰ ਆਉਂਦਾ ਨਜ਼ਰ ਨਹੀਂ ਆਏਗਾ। ਇਹ ਜਿਹੜਾ ਇਸ ਵਕਤ ਜੋ ਮੇਨ ਪ੍ਰੋਬਲਮ ਜਿਹੜੀ ਆ ਰਹੀ ਹੈ, ਅਫੋਰਡੇਬਿਲਿਟੀ ਚੈਲੰਜ ਆ ਰਿਹਾ ਇਸ ਵਕਤ ਬੜਾ ਵੱਡਾ, ਔਰ ਸ਼ਾਰਟੇਜ। ਔਰ ਇਹ ਜਿਹੜਾ ਹੈਗਾ ਫਰਵਰੀ ਦਾ ਰਿਵਰਸ ਜਿਹੜਾ ਹੈਗਾ, ਇਹ ਮਤਲਬ ਕਿ ਇਹ ਸ਼ੋਅ ਕਰ ਰਿਹਾ ਹੈਗਾ ਕਿ ਵੀ ਇੰਟਰਸਟ ਰੇਟ ਜਿਹੜਾ ਹੈਗਾ ਇਹਨਾਂ ਨੂੰ ਜਦ ਤੱਕ ਪ੍ਰੋਪਰ ਤਰੀਕੇ ਨਾਲ ਥੱਲੇ ਨਹੀਂ ਆਏਗਾ, ਤਦ ਤੱਕ ਇਹ ਮਾਰਕੀਟ ਰਿਕਵਰ ਹੁੰਦੀ ਨਜ਼ਰ ਨਹੀਂ ਆ ਰਹੀ। ਇੱਕ ਬੜੀ ਇੰਟਰਸਟਿੰਗ ਗੱਲ ਰੋਜ਼ਨਬਰਗ ਸਾਹਿਬ ਨੇ ਕਹੀ, ਡੇਵਿਡ ਰੋਜ਼ਨਬਰਗ ਸਾਹਿਬ, ਬੜਾ ਉਹ ਲਾਈਨ ਮੈਨੂੰ ਉਹਨਾਂ ਦੀ ਬੜੀ ਪਸੰਦ ਆਈ ਕਿ BOC ਵਾਸ ਵੈਰੀ ਸੋ ਸਲੋ ਦੋਨੋਂ ਪਾਸੇ। ਜਦ ਇੰਟਰਸਟ ਵਧਾਉਣਾ ਸੀ ਤਾਂ ਵੀ ਬੜਾ ਲੇਟ ਹੋ ਗਿਆ ਸੀਗਾ, ਹੁਣ ਜਿਹੜਾ ਘਟਾਉਣਾ ਪੈ ਰਿਹਾ ਤਾਂ ਵੀ ਬੜਾ ਲੇਟ ਹੋ ਰਿਹਾ ਹੈਗਾ। ਉਹਦੇ ਓਪੀਨੀਅਨ ਨਾਲ ਕਿ ਇਹਨਾਂ ਨੂੰ ਇਸ ਵਕਤ ਕਰਨਾ ਚਾਹੀਦਾ ਹੈ। ਬਹੁਤ ਸਾਰੇ ਇਕੋਨੋਮਿਸਟ ਹੁਣ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਜਲਦੀ ਥੱਲੇ ਕਰਨਾ ਚਾਹੀਦਾ ਇੰਟਰਸਟ ਰੇਟ, ਨਹੀਂ ਤਾਂ ਇਹਦਾ ਅਸਰ ਉਲਟਾ ਹੋ ਸਕਦਾ ਹੈਗਾ ਜੀ। ਠੀਕ ਹੈ ਜੀ। ਔਰ ਫਾਰਮੈਟ ਅਸੀਂ ਥੋੜ੍ਹਾ ਜਿਹਾ ਤਬਦੀਲ ਕੀਤਾ, ਜਿਹਦੇ ਵਿੱਚ ਕਿ ਓਪਨਿੰਗ ਸਟੇਟਮੈਂਟਸ ਹੋਣਗੀਆਂ। ਓਪਨਿੰਗ ਸਟੇਟਮੈਂਟ ਤੋਂ ਬਾਅਦ ਅਸੀਂ ਚਾਹਾਂਗੇ ਕਿ ਸਰਵਿਸਿਜ਼ ਬਾਰੇ ਥੋੜ੍ਹੀ ਜਾਣਕਾਰੀ ਹੋ ਜਾਏ, ਫਿਰ ਕਾਲਸ ਔਰ ਫਿਰ ਸਵਾਲ ਜਵਾਬ ਦਾ ਸਿਲਸਿਲਾ ਜਿਹੜਾ ਉਹ ਵੀ ਜਾਰੀ ਕਰਾਂਗੇ ਜੀ। ਪੰਕਜ ਜੀ ਪਹਿਲਾਂ ਕੁਝ ਸਰਵਿਸਿਜ਼ ਬਾਰੇ ਐਕਸਪਲੇਨ ਕਰ ਦਿਓ ਜੀ। ਬਿਲਕੁਲ ਯੁਧਵੀਰ ਜੀ, ਐਜ਼ ਏ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਮੈਂ ਫਾਈਨੈਂਸ਼ੀਅਲ ਪਲੈਨਿੰਗ ਦੇ ਹਰ ਏਰੀਆ 'ਚ ਡੀਲ ਕਰਦਾ ਬੇਸਿਕਲੀ। ਸੋ ਤੁਸੀਂ ਚਾਹੇ ਇੰਸ਼ੋਰੈਂਸ ਲੈ ਲਓ ਉਹਨੂੰ, ਚਾਹੇ ਤੁਸੀਂ ਰਿਟਾਇਰਮੈਂਟ ਪਲੈਨਿੰਗ ਲੈ ਲਓ, ਇਨਵੈਸਟਮੈਂਟ ਲੈ ਲਓ, ਅਸਟੇਟ ਪਲੈਨਿੰਗ ਲੈ ਲਓ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਮੇਰੇ ਇੱਕ ਡੋਮੇਨ 'ਚ ਆ ਜਾਂਦੀਆਂ ਨੇ, ਮੈਂ ਕਹਾਂਗਾ, ਕਿਉਂਕਿ ਅਸੀਂ ਹਰ ਤਰ੍ਹਾਂ ਦੇ ਇੰਡੀਵਿਜੂਅਲ ਨਾਲ ਵੀ ਕੰਮ ਕਰਦੇ ਹਾਂ, ਕਾਰਪੋਰੇਸ਼ਨ ਨਾਲ ਕੰਮ ਕਰਦੇ ਹਾਂ, ਸਮਾਲ ਬਿਜ਼ਨਸ, ਬਿਗ ਬਿਜ਼ਨਸ, ਮੀਡੀਅਮ, ਜਿਸ ਸਾਈਜ਼ ਦਾ ਵੀ ਤੁਹਾਡਾ ਹੈ, ਚਾਹੇ ਮਿਡ ਕੈਪ ਹੈ, ਚਾਹੇ ਲਾਰਜ ਕੈਪ ਹੈ, ਚਾਹੇ ਸਮਾਲ ਕੈਪ ਹੈ, ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਤੁਸੀਂ ਚਲਾ ਰਹੇ ਹੋ, ਕਿਵੇਂ ਅਸੀਂ ਤੁਹਾਨੂੰ ਸਿਕਿਉਰਿਟੀਜ਼ ਦੇ ਸਕਦੇ ਹਾਂ, ਕਿਵੇਂ ਤੁਹਾਡੇ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸੋ ਇਹ ਸਾਰਾ ਮੇਰਾ ਡੋਮੇਨ ਆਉਂਦਾ ਹੈ। ਸੋ ਬੇਸਿਕਲੀ
ਇੰਸ਼ੋਰੈਂਸ, ਇਨਵੈਸਟਮੈਂਟ, ਰਿਟਾਇਰਮੈਂਟ ਪਲੈਨਿੰਗ, TFSA, ਤੁਹਾਡੇ RRSP ਕਿਵੇਂ ਡੀਲ ਹੋਣਗੇ, ਕਿਵੇਂ ਤੁਹਾਡੀ ਲਾਈਕ ਰਿਟਾਇਰਮੈਂਟ ਹੋਵੇ, ਕਿੰਨਾ ਤੁਹਾਨੂੰ ਮਨੀ ਚਾਹੀਦੀ ਹੋਵੇਗੀ ਰਿਟਾਇਰ ਹੋਣ ਤੋਂ ਬਾਅਦ, ਹੁਣ ਕਿੰਨਾ ਖਰਚਾ ਹੋ ਰਿਹਾ, ਕਿੰਨਾ ਸਾਨੂੰ ਜੋੜਨਾ ਚਾਹੀਦਾ ਹੁਣ ਤੋਂ ਲੈ ਕੇ, ਕਿਵੇਂ ਅਸੀਂ ਨਵੀਂ ਕਾਰ ਖਰੀਦ ਸਕਦੇ ਹਾਂ, ਕਿਵੇਂ ਅਸੀਂ ਨਵਾਂ ਘਰ ਖਰੀਦ ਸਕਦੇ ਹਾਂ, ਕਿਵੇਂ ਅਸੀਂ ਹੋਰ ਇਨਵੈਸਟਮੈਂਟ ਕਰ ਸਕਦੇ ਹਾਂ, ਕੋਈ ਚੀਜ਼ਾਂ ਕਰਨੀਆਂ ਨੇ ਤਾਂ ਇਹ ਸਾਰੀਆਂ ਚੀਜ਼ਾਂ ਵਾਸਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਅਸੀਂ ਬਹਿ ਕੇ ਡਿਸਕਸ ਕਰ ਸਕਦੇ ਹਾਂ ਔਰ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਕਰਕੇ ਇੱਕ ਪਲਾਨ ਬਣਾ ਸਕਦੇ ਹਾਂ ਵੀ ਕਿਸ ਸਾਲ ਕੀ ਹੋਵੇਗਾ, ਕਿਸ ਸਾਲ ਅਸੀਂ ਕੀ ਕਰਦੇ ਚਲੇ ਜਾਵਾਂਗੇ ਲਾਈਫ 'ਚ। ਸੋ ਇੱਕ ਰੋਡ ਮੈਪ ਖੜਾ ਕਰਨ ਵਾਸਤੇ ਤੁਹਾਡੀ ਲਾਈਫ 'ਚ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਐਂਡ ਇੰਸ਼ੋਰੈਂਸਿਸ, ਮੈਂ ਕੱਲ ਵੀ ਮੈਨੂੰ ਇੱਕ ਫੋਨ ਆਇਆ ਸੀ ਵੀਰ ਜੀ, ਮੈਨੂੰ ਕਹਿੰਦੇ ਤੁਸੀਂ ਇੰਸ਼ੋਰੈਂਸ ਕਰਦੇ ਹੋ, ਮੈਂ ਕਿਹਾ ਬਿਲਕੁਲ ਕਰਦਾ ਜੀ, ਮੈਂ ਕਹਾਂਗਾ ਕਿ ਮੈਂ ਇਨਵੈਸਟਮੈਂਟ ਤਾਂ ਕਰਦਾ ਹੀ ਕਰਦਾ। ਉਹ ਕਹਿੰਦੇ ਤੁਸੀਂ ਸਿਰਫ ਇਨਵੈਸਟਮੈਂਟ ਕਰਦੇ ਹੋ, ਮੈਨੂੰ ਲੱਗਿਆ ਸੀ, ਮੈਂ ਕਿਹਾ ਨਹੀਂ ਸਰ, ਇਨਵੈਸਟਮੈਂਟ ਔਰ ਇੰਸ਼ੋਰੈਂਸ ਇਹ 50-50 ਲੈ ਕੇ ਚੱਲੋ, ਮੇਰੇ ਦੋਨੋਂ ਬਰਾਬਰ ਦੇ ਪਾਰਟ ਨੇ। ਸੋ ਮੇਰੀ ਨਿਚ ਸੋ ਅਸੀਂ ਇੰਸ਼ੋਰੈਂਸ ਮੈਂ ਇਸ ਵਾਸਤੇ ਜ਼ਿਆਦਾ ਬੋਲਦਾ ਨਹੀਂ ਹੈ ਇੰਸ਼ੋਰੈਂਸ ਤੇ, ਕਿਉਂਕਿ ਇੰਸ਼ੋਰੈਂਸ ਪਾਰਟ ਐਂਡ ਪਾਰਸਲ ਹੁੰਦਾ ਹੈ। ਅਸੀਂ ਇੰਸ਼ੋਰੈਂਸ ਨੂੰ ਅਗਰ ਸਪੈਸ਼ਲੀ ਕੋਈ ਇੰਸ਼ੋਰੈਂਸ ਦੀ ਗੱਲ ਕਰ ਰਿਹਾ ਔਰ ਫਾਈਨੈਂਸ਼ੀਅਲ ਪਲੈਨਿੰਗ ਔਰ ਇਨਵੈਸਟਮੈਂਟ ਦੀ ਗੱਲ ਨਹੀਂ ਕਰ ਰਿਹਾ, ਇਸ ਦਾ ਮਤਲਬ ਉਹ ਸਿਰਫ ਇੰਸ਼ੋਰੈਂਸ ਵੇਚਣਾ ਚਾਹ ਰਹੇ ਨੇ ਤੁਹਾਨੂੰ, ਹੋਰ ਕੋਈ ਤੁਹਾਡੀ ਪਲੈਨਿੰਗ ਨਹੀਂ ਕਰਨਾ ਚਾਹ ਰਹੇ। ਸੋ ਮੈਂ ਬੇਸਿਕਲੀ ਇਹ ਫਾਈਨੈਂਸ਼ੀਅਲ ਪਲੈਨਿੰਗ ਦਾ ਇੱਕ ਬਹੁਤ ਵੱਡਾ ਪਾਰਟ ਹੁੰਦਾ ਹੈ ਇੰਸ਼ੋਰੈਂਸ। ਸੋ ਇੰਸ਼ੋਰੈਂਸ ਵੀ ਮੇਰੇ ਥਰੂ ਤੁਸੀਂ ਲੈ ਸਕਦੇ ਹੋ ਔਰ ਮੇਰਾ ਫੋਨ ਨੰਬਰ ਹੈ 6472851007। ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਜੀ। ਔਰ ਇਸ ਮੌਕੇ ਦੇ ਉੱਤੇ ਮੈਂ ਚਾਹਾਂਗਾ ਕਿ ਪੀਕੇ ਜੀ ਕੋਈ ਪ੍ਰੋਜੈਕਟਸ ਜਾਂ ਕੋਈ ਵੀ ਡਿਟੇਲਸ, ਤੁਹਾਡਾ ਇੱਕ ਬੱਸ ਟੂਰ ਵੀ ਆ ਰਿਹਾ, ਉਹਦੀ ਵੀ ਜਾਣਕਾਰੀ ਸ਼ੇਅਰ ਕਰ ਦਿਓ। ਜੀ ਥੈਂਕ ਯੂ ਵੈਰੀ ਮਚ। ਸਾਡਾ ਬੱਸ ਟੂਰ ਆ ਰਿਹਾ ਹੈ GTA ਦੇ ਅੰਦਰ, ਅਸੀਂ ਲਗਭਗ 8-9 ਪ੍ਰੋਜੈਕਟਸ ਹਾਈਲਾਈਟ ਕਰਾਂਗੇ ਉਹਦੇ ਅੰਦਰ ਵਿਦ ਅਨਬਿਲੀਵੇਬਲ ਇਨਸੈਂਟਿਵਸ ਬਾਈ ਦਾ ਬਿਲਡਰ। ਮਤਲਬ ਜੋ ਇਨਸੈਂਟਿਵ ਦੇ ਰਿਹਾ ਹੈ VVIP ਏਜੰਟਾਂ ਨੂੰ, ਉਹਦੇ ਉੱਤੇ ਵੀ ਅਸੀਂ ਸਰਪ੍ਰਾਈਜ਼ ਬੜੀ ਜ਼ਬਰਦਸਤ ਪਾਵਾਂਗੇ ਔਰ ਤੁਹਾਨੂੰ ਦਿਖਾਵਾਂਗੇ। ਇਹ ਮੈਂ ਦੱਸ ਦਿਆਂ ਕਿ ਇਹ ਬੱਸ ਟੂਰ ਜਿਹੜਾ ਹੈਗਾ ਇਹ 23 ਮਾਰਚ 23 ਮਾਰਚ ਵਿਚ ਇਜ਼ ਸੈਟਰਡੇ ਸਵੇਰੇ 11 ਵਜੇ ਸ਼ਾਰਪ ਮਿਸਾਗਾ ਤੋਂ ਚੱਲ ਪਏਗਾ। ਲੋਕੇਸ਼ਨ ਵਗੈਰਾ ਜਿਹੜੇ ਰਜਿਸਟਰ ਕਰਨਗੇ ਉਹਨਾਂ ਨੂੰ ਸਾਰਾ ਕੁਝ ਡਿਟੇਲ ਸਮਝਾ ਦਿਆਂਗੇ। ਉਹਦੇ ਅੰਦਰ ਗਾਈਡ ਤੁਹਾਡਾ ਮੈਂ ਹੋਵਾਂਗਾ PK ਸਬਰਵਾਲ ਔਰ ਇਹ ਲਗਭਗ ਇਹ ਟ੍ਰਿਪ ਸਾਡਾ 6-7 ਘੰਟੇ ਦਾ ਰਹੇਗਾ ਸ਼ਾਮ ਤੱਕ, ਕਿਉਂਕਿ ਇੰਨੇ ਸਾਰੇ ਪ੍ਰੋਜੈਕਟ ਦਿਖਾਣੇ ਨੇ। 2-3 ਜਗ੍ਹਾ ਅਸੀਂ ਰਸਤੇ ਸੇਲ ਸੈਂਟਰ ਤੇ ਰੋਕਾਂਗੇ ਵੀ, ਨਾਸ਼ਤਾ ਪਾਣੀ ਵੀ ਹੋਏਗਾ, ਬੱਸ ਦੇ ਅੰਦਰ ਵੀ ਨਾਸ਼ਤਾ ਪਾਣੀ ਹੋਏਗਾ। ਮੈਂ ਇੱਕ ਗੱਲ ਦੱਸ ਦਿਆਂ ਕਿ ਮੈਨੂੰ ਇੰਨੀ ਸਾਰੇ ਰਜਿਸਟ੍ਰੇਸ਼ਨ ਆ ਗਈਆਂ, लेकिन मैंने मना करना पै रहा है क्योंकि यह साइट सीइंग टूर नहीं है। जब मेरा ऑफिस जब कंटेक्ट करता है तो कहता है जी हम भी घूमेंगे, हम भी जाएंगे। अरे भाई घूमने के लिए नहीं है, साइट सीइंग टूर नहीं है। अगर मैं साइट सीइंग टूर कर रहा तो मैं 10 बसा चाहिए ने घट तो घट। इट इज़ प्योरली फॉर इन्वेस्टर्स हु आर सीरियस टू इन्वेस्ट एंड अपने नाल चेकबुक रखो, क्योंकि इस करके कह रहे हैं नॉट नेसेसरली यू हैव टू बाय बट चेकबुक इस करके रखो कि ऐ ना हो कि तुहानू पसंद आ जाए और चेक ना हो तो तुसी भी, क्योंकि ये 5-7-8 यूनिट ने जिहड़े कि असी थ्रो अवे प्राइसेस उत्ते दे रहे हैं ह्यूज डिस्काउंट दे नाल। ते इट इज़ नॉट ए साइट सीइंग टूर, इट्स ए रियल स्टेट इन्वेस्टमेंट टूर है जिहदे अंदर मैं प्रॉपर एज ए गाइड चलांगा और तुहानू प्रॉपर कुछ प्रोजेक्ट दिखावांगा कि हाँ की प्रोजेक्ट कित्थे हैगा, कित्थे बन रहा है, की प्लस है, की चीज़ हैगी। ते फॉर 23 मार्च ਤੁਸੀਂ ਰਜਿਸਟਰ ਕਰ ਸਕਦੇ ਹੋ। ਤੁਹਾਡੇ ਕੋਲ ਐਡ ਆ ਰਹੀ ਹੈ, ਉਹਦੇ 'ਤੇ ਨੰਬਰ ਵੀ ਆ ਰਿਹਾ ਹੈ, ਲੇਕਿਨ ਮੈਂ ਕਿਉਂਕਿ ਹੁਣ ਆ ਰਿਹਾ ਹੈਗਾ, ਤੁਸੀਂ ਮੇਰੇ ਨੰਬਰ 'ਤੇ ਵੀ ਟੈਕਸਟ ਮੈਸੇਜ ਪਾ ਸਕਦੇ ਹੋ ਵਿਦ ਯੋਰ ਨੇਮ ਐਂਡ ਈਮੇਲ ਐਡਰੈਸ। ਦੋਨੋਂ ਚੀਜ਼ਾਂ ਬਹੁਤ ਜ਼ਰੂਰ ਚਾਹੀਦੀਆਂ ਨੇ। 6472994757 6472994757 ਇੱਥੇ ਤੁਸੀਂ ਰਜਿਸਟਰ ਕਰ ਸਕਦੇ ਹੋ। ਲੇਕਿਨ ਇਸ ਤੋਂ ਬਾਅਦ ਮੇਰੇ ਆਫਿਸ ਤੋਂ ਤੁਹਾਨੂੰ ਕਾਲ ਆਏਗੀ, ਉਹ 2-3 ਕੁਐਸਚਨ ਤੁਹਾਡੇ ਕੋਲ ਪੁੱਛਣਗੇ एंड उसके बाद तुहानू रजिस्ट्रेशन की कन्फर्मेशन आएगी। तुहाडा रजिस्टर करने का मतलब यह नहीं है कि तुसीं रजिस्टर हो गए और चल पे रजिस्टर किया तुसीं, लेकिन उसके बाद फिर मेरे ऑफिस तो कॉल आके तुहानू बकायदा नंबर देता जाएगा कि यस तुसीं नाल चल रहे हो। अगर मैनूं पता है कि एक बस नाल काम नहीं चलना, मैनूं एक और बस करनी पैनी है, वो नेक्स्ट डे करांगा क्योंकि आई वांट टू बी इन द बस एज ए गाइड विद यू गाइस जी। ठीक है जी, ठीक है। और नाल दी नाल कुछ कॉल्स भी हुण लैंदे चले जाने हैगे। अनिल जी नेक्स्ट कॉल तुसीं आउंदे रहो जी, गो हैड। हाँ जी हाँ, अपना सभी विद्वानों को जी बहुत बहुत नमन है जी। आपका जो सहयोग और समाज को जो आप दान दे रहे हैं अपने कर्म का, वो बहुत एक अद्भुत है। प्रश्न मेरा ही, हाँ जी, मेरा प्रश्न ये है कि देखिए आज जो कनाडा की जो अर्थव्यवस्था है वो विपरीत परिस्थितियों से गुजर रही है। इसके अंदर निर्णयों की शिथिलता और अपने विषय का ज्ञान ना होना क्या इसका मुख्य कारण है?
प्रशासनिक तौर पे और राजनीतिक तौर पे। और पीके जी से मेरा प्रश्न ये है कि ये जो समस्या चल रही है, इस समस्या के अंदर जो आप ये देख रहे हैं, क्योंकि आज ये जो आपका जो हमारी जो अपनी सेल परचेज होती है घरों की, क्योंकि आज लोग घर से काम कर रहे हैं, ऑफिस खाली पड़े हुए हैं, प्रतिष्ठान जगह छोड़ छोड़ कर जा रहे हैं, तो ये एक विपरीत परिस्थिति है। इसको ये वापस कैसे आएगी? ये तो बहुत कठिन दुष्कर सा कार्य हुआ पड़ा है। और इसके अंदर प्रशासन और राजनीति की जो अभिन्नता है, उसके विषय में मैं आपसे जरूर कोई टिप्पणी जानना चाहूंगा। और युद्धवीर जी, आपकी भी ओवरऑल के ऊपर एक टिप्पणी चाहूंगा। ठीक है जी। पहला जी अनिल जी, बात यह है कि ये ना डिमांड एंड सप्लाई इसको ऑटोमेटिक एडजस्ट कर देती है मेरे हिसाब से। जैसे मान लीजिए अब घर से काम चल रहा है तो धीरे धीरे वो कम होता जा रहा है। ऑफिस के अंदर बड़ी भारी वैकेंसी रेट आ गया था, धीरे धीरे वो फिल होता जा रहा है। तो ये अपने आप एडजस्टमेंट हो जाती है मार्केट के अंदर हर चीज की। अगर जिस चीज के अंदर प्रॉफिट कम होना शुरू हो जाता है या खाली रहता है तो उस चीज के ऊपर लोगों का इन्वेस्टमेंट कम होती जाती है। लेकिन जो प्राइम लोकेशंस हैं कमर्शियल्स के अंदर भी, वो इस वक्त वहां जगह नहीं मिलती, अभी भी नहीं जगह मिलती वहां पर, उनके प्राइस बढ़ते जा रहे हैं। लेकिन जो सबसे पहले ना सर्वाइवल ऑफ द फिटेस्ट जैसे हम कहते हैं कहावत, तो प्राइम लोकेशंस को सबसे बाद में असर होता है। लेकिन यहाँ पर उसको असर जाने से पहले ही ये एडजस्टमेंट मार्केट के अंदर ऑटोमेटिक होती जाती है और हो रही है। तो मेरे ख्याल से कमर्शियल वाली जो वैकेंसी है ये बहुत हद तक सॉल्व हो रही है और आगे भी होती जाएगी। और बाकी जिसे कहते हैं घर से बैठ के काम करने वाली जो बात है, यस वो भी मेरे को लगता है कि थोड़ा अब वो कम होती जा रही है। थोड़ा अब ये हाइब्रिड टाइप का काम हो रहा है, कुछ जाना, कभी 2-3 दिन ऑफिस में ना जाना, अल्टीमेटली ये वापस दोबारा वहीं का वहीं आ जाएगा मुझे लगता है। या पूरा ना भी आए तो बहुत कुछ ये कवर हो जाएगा। जी बिल्कुल पीके जी, ਤੁਸੀਂ ਬੜੀ ਅੱਛੀ ਤਰ੍ਹਾਂ ਐਕਸਪਲੇਨ ਕਰ ਦਿੱਤੀ ਇਹ ਚੀਜ਼। ਇਹਦੇ ਵਿੱਚ ਇੱਕ ਚੀਜ਼ਾਂ कॉर्पोरेशंस ने बड़ियां अलग तरीके तो सीखियां ने। अनिल जी, मैं हिंदी में ही बात कर लेता हूँ। तो बेसिकली उन्होंने सीखा क्या है इसमें कि कुछ एक चीजों की एक्चुअली जरूरत नहीं, कुछ लोगों की एक्चुअली जरूरत नहीं है बैठने की ऑफिस में, उनके लिए स्पेस दिया जा रहा था। या जैसे बैक एंड वाले जो लोग होते हैं, और अगर वो घर पे बैठ के काम कर सकते हैं, दे कैन कंट्रोल दैम with the now we have that kind of technology where we can control कि कितनी देर वो पर्सन कंप्यूटर पे काम कर रहा है या नहीं कर रहा है, या उठ के गया है या उसने कंप्यूटर पे सब कुछ तो उसके थ्रू फोन कॉल जा रही हैं। अगर कोई कॉल सेंटर वाला है तो उसने फोन कॉल कितनी सेकंड में उठाई है और कितनी देर लगी है उसको कंप्यूटर से उसको एक्सेस करने के लिए, ये सारी चीजें आप मॉनिटर कर सकते हो। इलेक्ट्रॉनिक टेक्नोलॉजी, अब तो एआई भी आती जा रही है। सो बेसिकली होता क्या जा रहा है, धीरे धीरे अभी ये जैसे पीके जी ने बोला ना, ट्रेंड वापस आ सकता है, आज आ जाएगा, बिल्कुल आ सकता है वापस। धीरे धीरे अगर कंपनीज को लगने लगेगा आने वाले टाइम में 4, 5, 6 साल में कि नहीं हमें उन लोगों को वापस लाना है क्योंकि उनका ठीक नहीं चल रहा है, दैट्स अ डिफरेंट स्टोरी। बट मुझे ये लगता है कि अब कॉर्पोरेट्स ने ये सीख लिया है कि जिन लोगों को सीट देने की जरूरत नहीं है कमर्शियल बिल्डिंग में, उनको घर पे बैठाया जा सकता है, वो अपने घर पे बैठ के काम करें और दोनों तरफ फायदा हो रहा है। दूसरी चीज जो आपने जो पॉलिटिकल बात की, जो भी उनकी क्या जो भी उनकी नॉलेज नहीं है, इतनी है नहीं है, एक्चुअली क्या होता है, आप सही कह रहे हैं, उनकी नॉलेज नहीं, लेकिन उनके नीचे उनके पास बहुत सारे लोग होते हैं, इकोनॉमिक एडवाइजर्स और ये सब, जो उनको एडवाइस कर रहे होते हैं। बट कई बार एडवाइस सुनने के बाद भी पॉलिटिकल जो बंदा होता है, जिसके पास पावर होती है, उसे जो अपने आप समझ में आता है, कई बार वो डिसीजन लेने शुरू कर देता है वो। सो हो सकता है नहीं है, हमारी कंट्री में ऐसी चीज हुई है जहां पे मैं पॉलिटिकल ज्यादा ब्लेम देना चाहूंगा इस सारी सिचुएशन का देन बैंक ऑफ कनाडा। क्योंकि बैंक ऑफ कनाडा या दे वर डिलेड इन डूइंग दैट, बट वो अकेले डिलेड नहीं थे इंटरेस्ट रेट घटाने के लिए, पूरी दुनिया डिलेड थी, पूरा वेस्टर्न वर्ल्ड डिलेड था बेसिकली, मैं कहूंगा यूएस, यूरोप, ऑस्ट्रेलिया। सो बेसिकली अब सिचुएशन ये है कि बैंक ऑफ कनाडा अपना काम बिल्कुल सही कर रहा है। मुझे लग रहा है कि they are doing fantastic job right now, but yeah politically हमारे साथ बहुत सारे डिसीजन ऐसे हुए हैं जो गलत हुए हैं, जिसकी वजह से हो सकता है हम इस सिचुएशन में थोड़ा पहले निकल चुके होते। जो जितना डिले हुआ है वो आपकी बात से मैं 100% एग्री करता हूँ। जी युद्धवीर जी, मैं थोड़ा सा विस्तार कर देता हूँ, थोड़ा सा प्रश्न एक अनिल जी, मैं इसमें अगर इजाजत दे तो मैं एक बात और ऐड कर दूं, अगर आप इजाजत दें तो अनिल जी, आपके कहने से पहले। क्या बात है जी, थैंक यू अनिल जी। मैं एक बात और भी कहूंगा कि जब मैं हमेशा कहता हूं कि
होल्डिंग कैपेसिटी इज द मेन थिंग इन सब इन्वेस्टमेंट्स के अंदर। अगर होल्डिंग कैपेसिटी नहीं है तो आप इन्वेस्टर नहीं है, सिंपल सी बात है। ये जो मार्केट गिर गई या मार्केट खराब हो गई, ये उन लोगों के लिए है जो स्पेकुलेटर्स हैं या जिनके अंदर जिगरा नहीं है, जिनका चिकन हार्ट है। लेकिन मेरे पास ऐसे कई केस आए हैं जो कि क्लोज कर सकते हैं लेकिन डरे बैठे हैं, तो पर्पस ही डिफीट हो गया इन्वेस्टमेंट का। तो वो लोग होने ही नहीं चाहिए थे इन्वेस्टमेंट के अंदर जो कि ये चीज देख के डर गए। अगर भाई साहब ये 100% प्रूफ हो कि मार्केट कभी गिरेगी नहीं, तो हर इंसान घर के बर्तन बेच के भी इन्वेस्ट कर देगा कि प्राइस तो गिरना ही नहीं, तो घर के बर्तन क्या कपड़े सब कुछ बेच देगा और वो एक लुंगी पहन के बैठ जाएगा और सारा पैसा लगा देगा इन्वेस्टमेंट के अंदर, क्योंकि रेट तो गिरना ही नहीं। सर ब्यूटी ही यही है कि जैसे कमर्शियल के अंदर प्रॉब्लम आ गई, कभी रेजिडेंशियल के अंदर प्रॉब्लम आ गई, यही तो ब्यूटी है इन्वेस्टमेंट की कि होल्डिंग कैपेसिटी। मैं बार बार जो कहता हूं, मेरे पास बड़े केस रोज आते हैं। मैं छोटा सा एग्जांपल देता हूं। मेरी कोई इन्वेस्टमेंट थी, आज से मैंने लगभग 6 साल पहले की थी, और मैंने कमर्शियल की बात कर रहा हूँ, बहुत ब्यूटीफुल। चलो मैं बताता हूँ, मेरा वहां पर मिसागा में मेरा सुपर बोर्ड भी वहां पर लगा हुआ इंटरसेक्शन के ऊपर, डेयरी और हाईवे 10 के ऊपर, ब्यूटीफुल बिल्डिंग, $340 पर स्क्वायर फीट। मुझे कहा गया, और उन दिनों में भी थोड़ी सी मार्केट के अंदर प्रॉब्लम आई थी, ओ तुम तो फंस गए। सर आज 800, $850, $900 पर स्क्वायर वहां बिक रहा है, 3 गुना लगभग 3 गुना बिक रहा है वहां पर। लेकिन उन दिनों में जिन्होंने बेच दिया वो कहते पता क्या, अरे बकवास है इन्वेस्टमेंट यार, घाटा खा गए हम, ये तो इन्वेस्टमेंट करना ही नहीं चाहिए। अरे इन्वेस्टमेंट ये कहना गलत है कि करना नहीं चाहिए, ये कहना चाहिए कि इन्वेस्टमेंट तुम्हें नहीं करना चाहिए, तुम्हारे लिए वो इन्वेस्टमेंट नहीं है जो कि आप डर गए और बेच गए। जो होल्ड कर गया वो 3 गुना कर गया। ऐसे ही बड़ी और प्रॉपर्टी, एक प्रॉपर्टी और यहाँ पर $500 के लगभग पर स्क्वायर लिया था, तभी भी मेरे को तसल्ली हो गई थी कि जो 350 लिया वो बेटर हो गया। 500 के बाद आज वहां पर भी 900 के करीब हुआ पड़ा है। जहां पर हमने 750, 800 लिया था वहां $1000 क्रॉस कर चुका है। होल्डिंग होल्डिंग होल्डिंग। अभी भी कुछ ऐसे बैठे हुए हैं रेजिडेंशियल के अंदर भी जो कहते हैं बेच दो जी, मैं घाटा खाने को तैयार हूँ, बेच दो जी, मैं डिपॉजिट देने को तैयार हूँ। डांट खा के चले जाते हैं मेरे से कि तुम इन्वेस्टमेंट क्यों कर रहे थे, जिसके थ्रू मर्जी कर रहे थे, कोई भी रियल्टर था, उस रियल्टर का कसूर ही नहीं है, तुमने इन्वेस्टमेंट क्यों करी जब तुम उसको होल्ड ही नहीं कर सकते। हालात बदल गए, इज ए डिफरेंट इशू, लेकिन तुम्हारा जिगरा बदल गया, जिगरा नहीं है वो बहुत एक पर्पस ही डिफीट हो गया आपके इन्वेस्टमेंट करने का। और असली इन्वेस्टर उनसे फायदा उठा रहा है, जो कहता है जी मैं डिपॉजिट छोड़ने को तैयार हूँ, असली इन्वेस्टर सामने आ गया, दे दो जी, बोलो क्या देते हो, छोड़ दो सारा, 1.5 लाख का डिपॉजिट मैं ले लेता हूँ। बाद में फिर वो लोग क्या कहते हैं, नहीं ये रियल एस्टेट बकवास है, रियल्टर बेवकूफ बनाते हैं। बेवकूफ बनाते नहीं है, आप गलत फहमी में बैठे हुए हो, ये मेरा मतलब कहने का था। अनिल जी आप प्लीज कंटिन्यू करिए। हाँ जी, मैं विस्तार ये करना चाहूंगा। देखिए ऐसा होता है कि हमारी जो मानसिकता चल रही है राजनीतिक तौर पे, हम लोगों को बुला के अर्थव्यवस्था को ऊपर उठाना चाहते हैं। हमारे पास ऐसा कोई विषय नहीं है, कोई ऐसा कोई हमारा विज्ञान नहीं है, या कोई हमने कोई ऐसा बिजनेस या कोई ऐसी चीज नहीं खड़ी की है जिसके आधार के ऊपर हम अपने व्यापार को आगे बढ़ा सकें। और आपने पीके जी ने बिल्कुल सही कहा है, लेकिन जब ये थोड़ा मार्केट खुलेगी तो जो 2-4% है जिनके पास धन का बहुतायत है, क्योंकि हमारे यहाँ सामाजिक जो असमानता है वो बहुत ज्यादा बढ़ चुकी है, अमीर गरीब का जो अंतर है वो बहुत ज्यादा बढ़ चुका है, तो ये सारा वो लोग सारा भाग ले जाएंगे जो, लेकिन जो गरीब भाग है वो तो वहीं का वहीं खड़ा रह जाएगा। तो मैं क्योंकि यहाँ पे कोई विस्तार व्यापार के अंदर नहीं हुआ है, तो युधिष्ठिर जी मैं इसके ऊपर आपकी टिप्पणी जानना चाहूंगा। देखो मैं 2 पॉइंट्स ਇੱਥੇ ਕਹਾਂਗਾ। ਇੱਕ ਤੇ ਜਿਹੜਾ ਮੇਰਾ ਜ਼ਾਤੀ ਨਜ਼ਰੀਆ ਹੈ ਇਹਦੇ ਤੇ ਮੈਂ ਬੜੀ ਵਾਰ ਪਹਿਲਾਂ ਵੀ ਕਹਿ ਚੁੱਕਾ ਹੈ ਕਿ ਜਿਹੜਾ ਇੰਟਰਸਟ ਰੇਟ ਅਸੀਂ ਇੰਨੀ ਤੇਜ਼ੀ ਨਾਲ ਵਧਾਇਆ, ਜਦੋਂ ਤੁਸੀਂ ਬੰਦਾ ਹਿਸਟਰੀ ਦੇਖਦਾ ਨਾ, ਬੰਦਾ ਕਹਿੰਦਾ ਜੀ ਠੀਕ ਹੈ ਜੀ ਉਹ 70s 80s ਜਾਂ 90s ਇੰਟਰਸਟ ਰੇਟ 10% 12% ਸੀਗਾ, ਉਹ 80s 90s ਦੀ ਗੱਲ ਸੀਗੀ। ਤੁਸੀਂ ਹੁਣ ਦਾ ਬੰਦਾ ਟਰੈਕ ਰਿਕਾਰਡ ਕਿੰਨੀ ਦੇਰ ਦਾ ਦੇਖਦਾ ਵੀ 5 ਸਾਲ ਦਾ ਕੀ ਹੋ ਰਿਹਾ, 10 ਸਾਲਾਂ ਦਾ ਕੀ ਹੋ ਰਿਹਾ ਜਾਂ 15 ਸਾਲ ਦਾ ਕੀ ਹੋ ਰਿਹਾ। 15 ਸਾਲ ਤੱਕ ਤੇ ਤੁਸੀਂ ਇੰਟਰਸਟ ਰੇਟ ਓਵਰਨਾਈਟ ਲੈਂਡਿੰਗ ਰੇਟ ਦੀ ਮੈਂ ਗੱਲ ਕਰ ਰਿਹਾ 2% ਵੀ ਨਹੀਂ ਕੀਤਾ, ਤੁਹਾਡਾ 1.5%, 0.25%, 1%, 0.25% ਸੀਗਾ, 0.25 ਤੇ ਤੁਸੀਂ 0.25 1.5% ਤੋਂ ਸਿੱਧਾ ਹੀ ਚੱਕ ਕੇ 5% ਕਰ ਦਿੱਤਾ ਹੈ, ਉਹ ਠੀਕ ਨਹੀਂ ਹੈ। ਔਰ ਜਿਸ ਤਰ੍ਹਾਂ ਪੰਕਜ ਜੀ ਨੇ ਕਿਹਾ ਹੀ ਹੈ ਪਹਿਲਾਂ, ਇਹਨਾਂ ਨੇ ਪਹਿਲਾਂ ਤਾਂ ਤੁਸੀਂ ਦੇਰੀ ਕੀਤੀ, ਮਤਲਬ ਤੁਹਾਡੀ ਨਲਾਇਕੀ ਰਹੀ ਨਾ, ਫਿਰ ਜੇ ਤੁਸੀਂ ਦੇਰੀ ਕੀਤੀ ਤਾਂ ਨਲਾਇਕੀ ਸੀਗੀ ਤੁਹਾਡੀ, ਤੁਸੀਂ ਆਪਣੀ ਨਲਾਇਕੀ ਨੂੰ ਕਵਰ ਕਰਨ ਲਈ ਲੋਕਾਂ ਨੂੰ ਦਿੱਕਤ 'ਚ ਪਾ ਦਿੱਤਾ, ਨਲਾਇਕੀ ਤਾਂ ਤੁਹਾਡੀ ਰਹੀ।
ਤੇ ਲੋਕਾਂ ਨੂੰ ਹੁਣ ਤੁਸੀਂ ਦਿੱਕਤ 'ਚ ਪਾਇਆ ਕਿ ਅਚਾਨਕ ਹੀ ਇੰਨਾ ਜਿਹੜਾ ਇੰਟਰਸਟ ਰੇਟ ਚੱਕਣਾ ਮੇਰੇ ਮੁਤਾਬਿਕ ਇਹ ਠੀਕ ਨਹੀਂ ਸੀਗਾ। ਨੰਬਰ 1। ਨੰਬਰ 2 ਸਰ, ਸਾਡੀ ਦੇਖੋ ਕੈਨੇਡਾ ਜਿਹੜਾ ਨਾ ਅਸੀਂ ਪਿੱਛੇ ਪੈਂਦੇ ਚਲੇ ਜਾ ਰਹੇ ਹਾਂ ਪਰ ਕੈਪੀਟਾ ਦੇ ਹਿਸਾਬ ਦੇ ਨਾਲ ਵੀ। ਅਮੀਰ ਜਿਹੜੇ ਉਹ ਜ਼ਰੂਰ ਅਮੀਰ ਹੋ ਰਹੇ ਨੇ, ਲੇਕਿਨ ਬਾਕੀ ਆਮ ਜੇ ਅਸੀਂ ਕੈਨੇਡੀਅਨ ਦੀ ਗੱਲ ਕਰੀਏ ਤੇ ਕੰਟਰੀ ਅਮੀਰ ਕਿੱਦਾਂ ਹੁੰਦਾ ਪਰ ਕੈਪੀਟਲ ਦੇ ਹਿਸਾਬ ਨਾਲ। ਸਾਡੀ ਪ੍ਰੋਡਕਟਿਵਿਟੀ ਘੱਟ ਹੈ ਇੱਥੇ, ਸਾਡੀ ਇਨੋਵੇਸ਼ਨ ਜਿਸ ਲੈਵਲ ਤੇ ਜਾਣੀ ਚਾਹੀਦੀ ਉਹ ਨਹੀਂ ਹੈ ਸਾਡੀ। ਆਪਾਂ ਅੱਜ ਪੋਲੀਟੀਕਲ ਗੱਲ ਨਹੀਂ ਕਰਨੀ ਪਰ ਮੈਂ ਜਨਰਲ ਲੀਡਰਸ਼ਿਪ ਦੀ ਗੱਲ ਕਰ ਦਿੰਦਾ ਆਪਾਂ, ਕਿਉਂਕਿ ਫਿਰ ਪੋਲੀਟਿਕਸ ਸਾਈਡ ਨਹੀਂ ਜਾਣਾ। ਲੇਕਿਨ ਲੀਡਰਸ਼ਿਪ ਸਾਡੀ ਬੜੀ ਐਵਰੇਜ ਹੈ। ਬਸ ਹੀ 5% 10% ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਨੇ ਉਹ ਕੰਪੀਟੈਂਟ ਨੇ। ਬਾਕੀ ਜਿਹੜੇ ਇਲੈਕਟਿਡ ਅਫੀਸ਼ੀਅਲਸ ਨੇ 50 70 80% ਜਿਹੜਾ ਇਲੈਕਟਿਡ ਅਫੀਸ਼ੀਅਲ ਹੈ ਨਾ ਫੈਡਰਲ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਲੈਵਲ ਤੇ, ਉਹ ਗੁਜ਼ਾਰੇ ਜੋਗਾ ਵੀ ਨਹੀਂ ਹੈ। ਉਹ ਬਹੁਤ ਮਤਲਬ ਐਵਰੇਜ ਹੈ ਜਿਹਨੂੰ ਹੋਰ ਕਿਤੇ ਵਿਹਲੇ ਨੂੰ ਕੰਮ ਨਹੀਂ ਮਿਲਦਾ। ਮੈਂ ਦੁਬਾਰਾ ਬੋਲ ਦਿੰਦਾ, ਥੋੜਾ ਸਖਤ ਅਲਫਾਜ਼ ਹੈ, ਜਿਹਨੂੰ ਹੋਰ ਕਿਤੇ ਵਿਹਲੇ ਨੂੰ ਕੰਮ ਨਹੀਂ ਮਿਲਦਾ ਉਹ ਆ ਕੇ ਕਹਿੰਦਾ ਜੀ ਮੈਨੂੰ ਤੁਸੀਂ ਲੀਡਰ ਬਣਾ ਦਿਓ ਔਰ ਅਸੀਂ ਉਹਨਾਂ ਨੂੰ ਲੀਡਰ ਚੁਣ ਲੈਂਦੇ ਹਾਂ। ਉਹ ਗਲਤੀ ਸਾਡੀ ਹੈ। ਬਸ ਆਹ 3 ਚੀਜ਼ਾਂ ਨੇ ਮੇਨ। ਹਾਂਜੀ, आ जाने वापस मुद्दे थे। हाँ जी अनिल जी, व्यापार का विस्तार तो कुछ नहीं हुआ ना, उस पर टिप्पणी जानना चाहूंगा मैं आपसे। हाँ जी, क्या जी, किसका व्यापार के अंदर कोई विस्तार नहीं हुआ ना, कोई भी हम इमिग्रेशन ला के व्यापार बढ़ाना चाह रहे हैं। ਅੱਜ ਕੈਨੇਡਾ ਨੇ ਹਰੇਕ ਨਾਲ ਲੜਾਈ ਲੈ ਲਈ ਹੈ। ਆ ਟਰੂਡੋ ਸਾਹਿਬ ਨੂੰ ਮੈਨੂੰ ਤੁਸੀਂ ਦੱਸੋ, ਟਰੂਡੋ ਸਾਹਿਬ ਨੂੰ ਕੌਣ ਪੁੱਛਦਾ ਅੱਜ? ਕੌਣ ਹੈ? ਟਰੰਪ ਤੁਹਾਡੇ ਪਸੀਨੇ ਛੁੱਟ ਰਹੇ ਨੇ ਕਿ ਟਰੰਪ ਸਾਹਿਬ ਦੁਬਾਰਾ ਆ ਰਹੇ ਨੇ, ਲੀਡ ਕਰ ਰਹੇ ਨੇ, ਪਸੀਨੇ ਛੁੱਟ ਰਹੇ ਨੇ ਇਹਨਾਂ ਦੇ ਜੀ। ਮੈਂ ਸਿੱਧੀ ਗੱਲ ਕਹਾਂਗਾ, ਚਾਈਨਾ ਦੇ ਨਾਲ ਤੁਹਾਡੀ ਉਹ ਲੜਾਈ ਹੋ ਚੁੱਕੀ ਹੈ ਕਿ ਚਾਈਨਾ ਤੁਹਾਨੂੰ ਦਬਕੇ ਮਾਰਦਾ। ਇੰਡੀਆ ਨਾਲ ਤੁਸੀਂ ਰਿਲੇਸ਼ਨਸ਼ਿਪ ਤਬਾਹ ਕਰ ਲਏ ਨੇ। ਰਸ਼ੀਆ ਦੇ ਨਾਲ ਤੁਸੀਂ ਲੜਾਈ ਲਈ ਹੋਈ ਹੈ, ਤੁਸੀਂ ਵੈਪਨ ਭੇਜ ਰਹੇ ਹੋ ਰਸ਼ੀਆ ਦੇ ਨਾਲ। ਸਾਊਦੀ ਅਰੇਬੀਆ ਨਾਲ ਤੁਹਾਡਾ ਪਹਿਲਾਂ ਲੜਾਈ ਚੱਲ ਰਹੀ ਹੈ, ਹੁਣ ਥੋੜੀ ਬਹੁਤੀ ਤੁਸੀਂ ਸੋਲੂਸ਼ਨ ਕਰ ਰਹੇ ਹੋ। ਇਜ਼ਰਾਈਲ ਵਾਲੇ ਤੁਹਾਡੇ ਨਾਲ ਵੈਸੇ ਖਫਾ ਹੋ ਗਏ ਨੇ, ਇਜ਼ਰਾਈਲ ਵਾਲੇ, ਕਿਉਂਕਿ ਤੁਸੀਂ ਉਹਨਾਂ ਦੇ ਖਿਲਾਫ ਗੱਲ ਕਰ ਰਹੇ ਹੋ। ਕੰਟਰੀ ਤੁਸੀਂ ਦੱਸੋ ਨਾ, ਤੁਸੀਂ ਕਿੰਨਾ ਕਰਨਾ ਵਪਾਰ? ਮੈਨੂੰ ਕੰਟਰੀ ਦਾ ਨਾਮ ਤਾਂ ਲਾਓ। ਤੁਸੀਂ ਕਹਿੰਦੇ ਜੀ ਰਿਲੇਸ਼ਨ ਵਧਾਉਣੇ ਆ, ਕਿਹਦੇ ਨਾਲ? ਮਤਲਬ ਟਰੂਡੋ ਸਾਹਿਬ ਨੇ ਇਹਦੇ ਰਿਲੇਸ਼ਨਸ਼ਿਪ ਛੱਡਿਆ ਹੀ ਕਿਸੇ ਨਾਲ ਨਹੀਂ ਜੀ। ਇਹਨਾਂ ਨੇ ਕਿਸੇ ਨਾਲ ਰਿਲੇਸ਼ਨਸ਼ਿਪ ਅੱਜ ਇੰਟਰਨੈਸ਼ਨਲ ਲੈਵਲ ਤੇ ਕਿਸੇ ਨਾਲ ਸਹੀ ਨਹੀਂ ਹੈ। ਕਿਹੜੀ ਮਤਲਬ ਇਟਲੀ ਦੇ ਨਾਲ ਪਹਿਲਾਂ ਖਰਾਬ ਸੀਗੇ, ਹੁਣ ਥੋੜੇ ਜਿਹੇ ਠੀਕ ਕਰਨ ਲੱਗੇ ਕਿ ਚਲੋ ਥੋੜੇ ਜਿਹੇ ਠੀਕ ਕਰਦੇ। ਇਟਲੀ ਦੇ ਨਾਲ ਉਹਨਾਂ ਦੀ ਪ੍ਰਾਈਮ ਮਿਨਿਸਟਰ ਸਾਹਿਬਾ ਇੱਥੇ ਆਈ ਹੈ। ਉਹ ਇਹ ਕੰਟਰੀ ਹੈ ਕੋਈ? ਇਹ ਕੰਟਰੀ ਹੈ? ਇੱਥੇ 2 ਪ੍ਰਧਾਨ ਮੰਤਰੀ ਇੱਕ ਇਵੈਂਟ ਤੇ ਜਾ ਰਹੇ। ਇਟਲੀ ਦੀ ਪ੍ਰਧਾਨ ਮੰਤਰੀ ਨਾਲ ਰਿਲੇਸ਼ਨਸ਼ਿਪ ਇਟਲੀ ਨਾਲ ਚਲੋ ਥੋੜੇ ਜਿਹੇ ਠੀਕ ਕਰਨ ਦੇ ਅਸਾਰ ਹਲਕੇ ਜਿਹੇ ਨਜ਼ਰ ਆਏ ਸੀ। ਪਹਿਲਾਂ ਤਾਂ ਖਰਾਬ ਹੀ ਕਰ ਲਏ ਸੀ ਟਰੂਡੋ ਸਾਹਿਬ ਨੇ ਉਹਨਾਂ ਦੇ ਨਾਲ, ਇਟਲੀ ਦੇ ਨਾਲ ਵੀ। ਹੁਣ ਉਹ ਆਈ, ਉਹਨਾਂ ਦੀ ਪ੍ਰਧਾਨ ਮੰਤਰੀ ਦਰਵਾਜ਼ੇ ਇੱਥੇ ਇੱਕ ਇਵੈਂਟ ਦੇ ਉੱਤੇ ਐਂਟਰ ਨਹੀਂ ਕਰ ਸਕੇ। ਛੱਡੋ ਆਪਾਂ, ਪਤਾ ਕੀ ਗੱਲ ਫਿਰ ਪੋਲੀਟੀਕਲ ਚੱਲ ਜਾਏਗੀ। ਵਾਪਸ ਆ ਜਾਓ, ਇੱਧਰ ਆ ਜਾਓ ਜਰਾ। ਇਕੋਨਮੀ, ਰੀਅਲ ਸਟੇਟ ਔਰ ਮੌਰਗੇਜ, ਇੱਧਰ ਆ ਜਾਓ ਜਰਾ ਇਸ ਪਾਸੇ। ਸੋ ਇਹ ਰੀਅਲ ਸਟੇਟ ਤਬਾਹ ਕਰਕੇ ਰੱਖਤੀ ਇਹਨਾਂ ਨੇ। ਰੀਅਲ ਸਟੇਟ ਤਬਾਹ ਕਰਕੇ ਰੱਖਤੀ ਇਹਨਾਂ ਨੇ। ਰੀਅਲ ਸਟੇਟ ਜਿਹੜੀ ਹੈ ਉਹ ਸਾਡੀ ਸਭ ਤੋਂ ਜ਼ਿਆਦਾ ਮੈਕਸਿਮਮ ਕੰਟਰੀਬਿਊਟਰ ਹੈ GDP ਦੀ। ਲੋਕ ਘਰ ਖਰੀਦਦੇ ਆ, ਲਾਇਰਸ ਨੂੰ ਬਿਜ਼ਨਸ ਮਿਲਦਾ ਹੈ, ਮੌਰਗੇਜ ਵਾਲੇ ਨੂੰ ਬਿਜ਼ਨਸ ਮਿਲਦਾ ਹੈ, ਰੀਅਲ ਸਟੇਟ ਏਜੰਟ ਨੂੰ ਬਿਜ਼ਨਸ ਮਿਲਦਾ ਹੈ। ਫਿਰ ਤੁਸੀਂ ਘਰ 'ਚ ਫਰਨੀਚਰ ਲੈਂਦੇ ਹੋ, ਘਰ 'ਚ ਇਲੈਕਟ੍ਰੋਨਿਕਸ ਲੈਂਦੇ ਹੋ, ਘਰ 'ਚ ਸਰ ਰੈਨੋਵੇਸ਼ਨ ਵਾਲੇ ਬੰਦੇ ਸਾਡੇ ਕੋਲ ਆਉਂਦੇ ਨੇ ਅੱਜ, ਠੀਕ ਹੈ। ਉਹ ਕਹਿੰਦੇ ਭਾਜੀ ਹੁਣ ਪਿਕ ਹੋਣਾ ਸ਼ੁਰੂ ਹੋਇਆ ਥੋੜਾ ਜਿਹਾ। ਲੋਕ ਇੱਥੇ ਪੀਕੇ ਜੀ ਦੱਸਣਗੇ ਇਸ ਬਾਰੇ ਜ਼ਿਆਦਾ ਗੱਲ ਡਿਟੇਲ 'ਚ। ਪੀਕੇ ਜੀ, ਮੈਂ ਇੱਕ ਸਟੇਟਮੈਂਟ ਦੇਣ ਲੱਗਾ। ਸਾਡੇ ਨਾ ਇਸ ਵੀकेंड ਉਹ मैं नाम ही ले देना, रूबल है अपने। अनिल जी आप तो जानते हैं रूबल को, आप तो रूबल को खुद जानते हैं। रूबल आया था मेरे पास। रूबल कहता जी यहाँ से लोग ब्रैम्पटन GTA में बड़ी मुश्किल करते थे काम करने के लिए। ਹੁਣ ਤੁਸੀਂ ਭੇਜੋ ਉਹਨਾਂ ਨੂੰ ਰੈਨੋਵੇਸ਼ਨ ਵਾਲਿਆਂ ਨੂੰ, ਅਗਲੇ ਕਹਿੰਦੇ ਭਾਜੀ ਬੈਰੀ ਚੱਲ ਜਾਵਾਂਗੇ, ਜਿੱਥੇ ਮਰਜ਼ੀ ਚੱਲ ਜਾਵਾਂਗੇ। ਸੋ ਰੀਅਲ ਸਟੇਟ ਨੂੰ ਇੰਨਾ ਜ਼ਿਆਦਾ ਹੁਣ ਥੋੜਾ ਪੁਸ਼ ਮਿਲ ਰਿਹਾ, ਸੇਲਸ ਵਧੀ ਹੈ ਤੇ ਰੀਅਲ ਸਟੇਟ ਦੇ ਨਾਲ ਹੀ ਸਾਰੀ ਸਾਡੀ ਇਕਨੋਮੀ ਚੱਲਣੀ ਹੈ। ਤੇ ਰੀਅਲ ਸਟੇਟ ਨੂੰ ਤੁਸੀਂ ਸਲੋ ਕਰੋਗੇ, ਸਾਰਾ मामला ठंडा पड़ जाएगा। जी पीके जी, नॉट ओनली दैट सर, मेंटल हेल्थ के ऊपर देखो जो रिपोर्ट अभी आई है, मेंटल वेलबींग की कितनी जबरदस्त नीचे कनाडा चला गया। ओ माय गॉड, मैं हैरान हो गया जब मैं ये पढ़ रहा था। 1 in 4, 4 में से 1 बंदे को इज डिस्ट्रेस्ड, उसके मेंटल हेल्थ खराब हो चुकी है इस वक्त कनाडा के अंदर। और ये इतना नीचे चले गए हम लोग कि अगर इसको मार्क्स दे रहे हैं तो हमारा कनाडा का 67 आ रहा है, जबकि बेस्ट इसका मेंटल हेल्थ में 91 चल रहा है। डोमिनिकन रिपब्लिक, श्रीलंका ब्यूटीफुल। एक चीज और मैं बड़ी इंटरेस्टिंग पढ़ रहा था ये मेंटल हेल्थ के ऊपर ही कि इंग्लिश स्पीकिंग कंट्रीज के अंदर मेंटल हेल्थ सबसे ज्यादा खराब हुई है, जिसमें यूके सबसे नीचे चला गया, यूके सेकंड लास्ट नंबर में चला गया। कनाडा का हाल इतना बुरा, इंडिया हमसे बड़ा ऊपर है, पाकिस्तान हमसे ऊपर है, श्रीलंका ऊपर है। कनाडा जिसको हम कहते हैं जी हाँ हम तो डेवलप्ड कंट्री में से हैं, जहाँ के मेंटल हेल्थ ही आप अपने सिटीजन्स की नहीं संभाल पा रहे, तो क्या अच्छी कंट्री है ये मुझे बता दो आप। जो आपकी बात है मैं उस पर फूल चढ़ाता हूँ कि इतनी नीचे लेवल पे आ गए हम लोग। ये हाउसिंग वन ऑफ द मेजर एस्पेक्ट है, जिसके सिर पे छत नहीं होगी सर दिमाग तो खराब होगा ही, चाहे वो किराए पे हो, चाहे वो खरीदने के लिए हो, चाहे अपना हो। और अपना हो तो उसको संभालना पा रहा हो।
देखो एक छोटी सी बात और करूंगा मैं जी। आधे कंज्यूमर्स वो रेट फोकस्ड है, हाउसिंग के रेट फोकस्ड है, और बाकी के आधे प्राइस फोकस्ड है। मतलब रेट फोकस मतलब इंटरेस्ट रेट फोकस्ड, और बाकी के आधे प्राइस फोकस्ड। रह कौन गया फिर, मुझे बता दो आप। ये हाल है यहाँ पर। मतलब अगर कोई मान लो कि इंटरेस्ट को मान लो बर्दाश्त कर लेता है तो प्राइस उसको नहीं लेने दे सकता, और अगर कोई प्राइस लेने लायक है तो इंटरेस्ट उसको जीने नहीं देता। तो ये तो एक जबरदस्त, और अनएम्प्लॉयड देखो टोरंटो की जो आई हुई है जबरदस्त। मैं ये भी फिगर पढ़ के बड़ा ही हैरान हुआ, स्टैट्स कनाडा ने बोला हुआ है, मैं ओनली टोरंटो की बात कर रहा हूं, नेशनल रेट से टोरंटो की अनएम्प्लॉयमेंट बहुत तेजी से बढ़ी है। वो ये कह रहे हैं कि 4 वर्कर अगर ऐड हो रहे हैं टोरंटो के अंदर तो 3 अनएम्प्लॉयड है। हद होगी। मैं उल्टा सोच रहा था कि 4 में से 1 अनएम्प्लॉयड है, यहाँ 4 में से 3 अनएम्प्लॉयड है। सर ये तो बड़ा बुरा हाल है इस वक्त, मतलब टेंशन वाली बात है। मैं तो कहता हूँ, मैं आई एम सो वरीड अबाउट द पीपल जिनके सिर पे ना छत रहने के लिए, मतलब किराए के लिए भी नहीं है और रहने के लिए भी नहीं है। कहाँ जाएं, क्या होमलेस हो जाएं क्या वो लोग? बिल्कुल। और बाद में आप कहते हो जी रजिस्टर कर दो जी, बेसमेंट को रजिस्टर कर दो जी, जिसे कहते हैं इसका रजिस्टर के 300 डॉलर दे दो जी, क्योंकि भेड़ बकरी जैसे रह रहे हैं जी। कैसे रहे मुझे बता दो आप वो लोग। भेड़ बकरी ज्यादा अच्छी तरह रह रही है। मैं फार्म पे गया पिछले दिन, अभी बर्लिंगटन से आगे गुल्फ के पास, मैं इंटरप्ट कर रहा हूं, मुझे लगा कि जानवर हमसे ज्यादा अच्छी तरीके से रह रहे हैं वहां पर। बस प्रॉपर जगह से उनको ठहराया जा रहा है ढंग से, इवन मुर्गियों को भी। 647-299-4757। थैंक यू।